तेग बहादुर तेग
लग पे करो कल जुगता आज गुरु प्रगट जोत जग मगै इसका तेज भूमंडल सायो इतना तेज प्रताप है कि सारा वायुमंडल सुनाया हुआ है। क्यों सुनाया हुआ है? इतने पास वर्ष 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 एक पंज बनते हैं, चार बनते हैं पंजवें गुरु आम पारस कौन ने गुरु नानक देव जी, परस परस गुरु अंगद साहब की उस पार्श विषय गए गुरु नानक देव जी के वो भी पार्श बन गए। फिर गुरु अमरदास साहब विषय गए गुरु अंगद देव जी वो पार्श बन गए। फिर गुरु रामदास जी विषय गए गुरु अमरदास साहब जी वो पार्श बन गए। तो कहते हैं हुण इन्होंने गुरगत दी मिली हुई है। इस तरीके नाल पार्श परस 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 गुर गुरु हमारे इन्होंने एक एवं नहीं इस मंजिल तक पहुंच गए। इन्होंने इन्ना शोर हुआ आप संगत की है कि आज अपनी रंगत बन रहे हैं। ऐसे हम काम को अपने दिमाग सच्चे पातशाह जी तो आओ हम अगला बाकी हिस्सा जो आप दूसरा गुरपुरब मना रहे हैं धन धन गुरु तेग बहादुर साहब महाराज सच्चे पातशाह जी का आप उन्होंने स्वच्छ उन दो शब्द में पढ़ने संपूर्ण वालों उच्चारण की थी जो वाणी का कीर्तन दास हम कर लगे
साई है श्री हरे कृष्ण आए जैसे दिखे सब दुख जाए जैसे दिखे सब दुख जाए एक महान सिमरिया एक महान सिमरिया हर नाम बिनाम गाए हर नाम बिनाम गाए सब खाई होए समाए सब खाई होए समाए सब खाई होए समाए सब खाई होए समाए एक महान सिमरिया एक महान सिमरिया हर नाम बिनाम गाए हर नाम बिनाम गाए हर नाम कीर्तन आप जी ਨੂੰ ਸਾਨੂੰ ਹੋਇਆ ਮੈਂ ਸਿਰਫ 5 ਮਿੰਟ ਵਿੱਚ ਹੀ ਆਪਣੀ ਗੱਲ ਸਮਾਪਤ ਕਰਾਂਗਾ ਸਮੇਂ ਦੀ ਸਥਿਤੀ ਨੂੰ ਦੇਖਦੇ ਹਾਂ ਪੰਜਵੀਂ ਨਾਨਕ ਦੋਤ ਤੇ ਨੌਵੀਂ ਨਾਨਕ ਦੋਤ ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰਸ਼ਨ ਪੰਥ ਜਿਹਦੇ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ ਮਾਰਿਆ ਕੌਮ ਦੇ ਉੱਤੇ ਰਕਾਬ ਭਲਾਈ ਸਤਿਗੁਰਾਂ ਨੇ ਆਪਣਾ ਸੀਸ ਕੁਰਬਾਨ ਕੀਤਾ ਕਿਉਂਕਿ ਜਿੰਨੇ ਵੀ ਇਹਨਾਂ ਦਿਨਾਂ ਵਿੱਚ ਜ਼ਿਆਦਾ ਸ਼ਹਾਦਤ ਨਾਲ ਸੰਬੰਧਿਤ ਆਏ ਜਿੰਨੇ ਵੀ ਲੇਖ ਜਾਂ ਮੌਤ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਕੋਈ ਸਮਾਜ ਮੌਤ ਤੋਂ ਡਰਦਾ ਹੈ ਤੇ ਮੌਤ ਦਾ ਅਹਿਸਾਸ ਔਰ ਜੀਵਨ ਦਾ ਅਹਿਸਾਸ ਸਤਿਗੁਰਾਂ ਨੇ ਬਾਣੀ 'ਚ ਕਰਾਇਆ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਜੋ 57 ਸਰੂਪ ਨੇ 59 ਸ਼ਬਦ ਨੇ 15 ਰਾਗਾਂ ਦੇ ਵਿੱਚ ਸਤਿਗੁਰੂ ਬਹੁਤ ਵਾਰੀ ਮਨ ਨੂੰ ਸੰਬੋਧਨ ਕਰਦੇ ਆ ਸਮਾਜ ਜਦੋਂ ਬਦਲਦਾ ਉਹਦੀ ਸੋਚ ਬਦਲਦੀ ਹੈ ਮਨ ਕੀ ਸਾਡੇ ਫੁਰਨੇ ਸਾਡੀ ਸੋਚ ਸਾਡੇ ਸੰਕਲਪ ਸਾਡੇ ਵਿਕਲਪ ਅਸੀਂ ਆਸਤਕ ਹਾਂ ਜਾਂ ਨਾਸਤਕ ਹਾਂ ਸਾਡੀ ਸੋਚ ਹੈ ਅਸੀਂ ਪਾਪੀ ਹਾਂ ਜਾਂ ਪੁੰਨੀ ਹਾਂ ਸਾਡੀ ਸੋਚ ਹੈ ਅਸੀਂ ਅੰਮ੍ਰਿਤ ਵੇਲੇ ਜਾਗਦੇ ਜਾਂ ਨਹੀਂ ਜਾਗਦੇ ਸਾਡੀ ਸੋਚ ਹੈ ਇਸ ਲਈ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਮਨ ਨੂੰ ਵਾਰ-ਵਾਰ ਸੰਬੋਧਨ ਕੀਤਾ ਕਿ ਮਨੁੱਖ ਬਦਲ ਸਕਦਾ ਹੈ ਜਿਸ ਦੀ ਵਿਚਾਰ ਸ਼ਕਤੀ ਬਦਲ ਜਾਏ ਬਦਲਦਾ ਉਦੋਂ ਜਦੋਂ ਉਹਨੂੰ ਮੌਤ ਦਾ ਅਹਿਸਾਸ ਹੁੰਦਾ ਹੈ ਕਈ ਵਾਰੀ ਸਾਡਾ ਕੁਝ ਸਮਾਜ ਮਤਲਬ ਸਵੇਰੇ ਮੌਤ ਦੀਆਂ ਗੱਲਾਂ ਪਰ ਕਹਿੰਦੇ ਜਿਹਨੂੰ ਮੌਤ ਯਾਦ ਹੈ ਵਰਤਮਾਨ ਵੀ ਉਹਦਾ ਠੀਕ ਹੁੰਦਾ ਭਵਿੱਖ ਵੀ ਉਹਦਾ ਠੀਕ ਹੁੰਦਾ ਜਿਹਨੂੰ ਮੌਤ ਨਾ ਯਾਦ ਹੋਵੇ ਉਹ ਪਾਪੀ ਵੀ ਹੋਏਗਾ ਬਹੁਤ ਕੁਝ ਉਹਦੇ ਵਿੱਚ ਐਬ ਵੀ ਹੋਣਗੇ ਇਸ ਲਈ ਸਤਿਗੁਰੂ ਇਹ ਅਹਿਸਾਸ ਕਰਾਉਂਦੇ ਨੇ ਕਿ ਜਿਹਨੂੰ ਅੰਤ ਦਾ ਸਮਾਂ ਯਾਦ ਹੈ ਉਹਦੀ ਸਾਰੀ ਉਮਰ ਵੀ ਸਫਲ ਹੋਏ ਇਸ ਲਈ ਇਹ ਕੋਈ ਨੈਗੇਟਿਵਿਟੀ ਨਹੀਂ ਹੁੰਦੀ ਕਈ ਵਾਰੀ ਸਾਡੀ ਵਿਆਖਿਆਕਾਰੀ ਵਿੱਚ ਆ ਜਾਂਦੀ ਹੈ ਸਤਿਗੁਰਾਂ ਨੇ ਸਾਨੂੰ ਆਸ਼ਾਵਾਦੀ ਔਰ ਚੜ੍ਹਦੀ ਕਲਾ ਨਾਲ ਜਿਉਣ ਦਾ ਸੰਦੇਸ਼ ਦਿੱਤਾ ਹੈ ਪਰ ਜਦ ਸਮਾਂ ਵੀ ਆਇਆ ਤਾਂ ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਨੇ ਕਿ ਠੀਕਰ ਫੋੜ ਦਲੀਲ ਸਿਰ ਤੱਕ ਕੀਆ ਬਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿ ਰੂਮਾਨ ਉਸ ਦਿੱਲੀ ਦੇ ਤਖਤ ਉੱਤੇ ਜਿੱਥੇ ਔਰੰਗਜ਼ੇਬ ਪਾਤਸ਼ਾਹ ਉੱਥੇ ਸਰੀਰ ਵੀ ਠੀਕਰਾ ਬਣ ਕੇ ਵੀ ਇਸ ਸਮਾਜ ਨੂੰ ਇਸ ਸੰਸਾਰ ਨੂੰ ਜੁਰਤ ਅਣਖ ਦਲੇਰੀ ਨਾਲ ਜਿਉਣ ਦੀ ਜਾਚ ਦੱਸੀ ਕਿ ਜਿਹੜਾ ਜੀਵਨ ਹੈ ਇਹ ਸਫਲ ਜੀਵਨ ਕੀ ਹੈ ਔਰ ਸਫਲ ਯਾਤਰਾ ਕੀ ਹੈ ਉਹਨਾਂ ਮਹਾਨ ਸਤਿਗੁਰੂ ਪਾਤਸ਼ਾਹ ਅਸੀਂ ਸੰਸਾਰੀ ਤਲ ਤੇ ਵਿਆਖਿਆ ਕਰਦੇ ਹਾਂ ਰੂਹਾਨੀ ਮੰਡਲ ਦੀ ਜਿਹੜੀ ਵਿਆਖਿਆ ਉਹ ਬਹੁਤ ਉੱਚੀ ਔਰ ਸੁੱਚੀ ਹੈ ਜਿਸ ਤਰ੍ਹਾਂ ਭਾਈ ਸਾਹਿਬ ਨੇ ਸਿਮਰਨ ਕਰਾਇਆ ਸਤਿਗੁਰੂ ਵਾਰ-ਵਾਰ ਸਿਮਰਨ ਦੀ ਗੱਲ ਕਰਦੇ ਨੇ ਸਾਡੇ ਆਮ ਤੌਰ ਤੇ ਯੂਨੀਵਰਸਿਟੀਆਂ ਸੈਮੀਨਾਰਾਂ ਵਿੱਚ ਕਿਰਤ ਤੇ ਗੱਲ ਹੁੰਦੀ ਹੈ ਵੰਡ ਛਕੋ ਤੇ ਵੀ ਹੋ ਜਾਂਦੀ ਹੈ ਪਰ ਨਾਮ ਸਿਮਰਨ ਤੇ ਅਜੇ ਤੱਕ ਕਿਤੇ ਕਿਸੇ ਸੈਮੀਨਾਰ ਨਹੀਂ ਹੋਇਆ ਮੈਨੂੰ 21 ਸਾਲ ਹੋ ਗਏ ਆ ਕਿ ਕਿਉਂਕਿ ਨਾਮ ਸਿਮਰਨ ਵਾਲੇ ਹੁੰਦੇ ਘੱਟ ਨੇ ਇਸ ਲਈ ਉਹ ਲੋਚਨਾ ਤੇ ਕਰ ਦੇਣਗੇ ਨਾਮ ਸਿਮਰਨ ਵਾਲਿਆਂ ਦੀ ਪਰ ਨਾਮ ਸਿਮਰਨ ਦੀ ਮਹਿਮਾ ਵਿੱਚ ਕਦੀ ਕੋਈ ਇਸ ਤਰ੍ਹਾਂ ਦਾ ਫੰਕਸ਼ਨ ਬਹੁਤ ਘੱਟ ਹੁੰਦਾ ਸਤਿਗੁਰੂ ਵਾਰ-ਵਾਰ ਜਿਸ ਸਿਮਰਨ ਵਾਸਤੇ ਹੈ ਇਹਦੀ ਇੱਕ ਮਹੱਤਤਾ ਹੈ ਭੋਇਆਂ ਦੀ ਵੀ ਮਹੱਤਤਾ ਹੈ ਸਰੋਵਰਾਂ ਦੀ ਵੀ ਮਹੱਤਤਾ ਹੈ ਕਿਸੇ ਦੀ ਪਕੜ ਵਿੱਚ ਨਹੀਂ ਵੀ ਆਏ ਕਿ ਭੋਲਾ ਇੱਕ ਫਲਸਫਾ ਹੈ ਜਦੋਂ ਅਕਾਲ ਬਸ ਹੋ ਕੇ ਕਾਲ ਤੋਂ ਅਕਾਲ ਨਾਲ ਸਤਿਗੁਰੂ ਦੇ ਕਾਲ ਨੂੰ ਨਹੀਂ ਪਰ ਸਤਿਗੁਰੂ ਪੂਰੇ ਪਾ ਕੇ ਦੱਸਦੇ ਇਸ ਲਈ ਸਤਿਗੁਰਾਂ ਦਾ ਜਿਹੜਾ ਜੀਵਨ ਅਭਿਆਸ ਹੈ ਜੀਵਨ ਫਲਸਫਾ ਹੈ ਉਹ ਬਾਣੀ ਨੇ ਸਾਡੇ ਕਰਦੇ ਹੈ ਪੰਜਵੇਂ ਪਾਤਸ਼ਾਹ ਸੰਸਾਰੀ ਰਿਸ਼ਤੇ ਵਿੱਚ ਦਾਦਾ ਜੀ ਨੇ ਤੇ ਨੌਵੇਂ ਪਾਤਸ਼ਾਹ ਸੰਸਾਰੀ ਰਿਸ਼ਤੇ ਵਿੱਚ ਪੁੱਤਰਾ ਜੇ ਸੰਸਾਰੀ ਰਿਸ਼ਤਿਆਂ ਦੀ ਗੱਲ ਕਰੀਏ ਗੁਰੂ ਅਰਜਨ ਦੇਵ ਪਾਤਸ਼ਾਹ ਦਾਦਾ ਜੀ ਨੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਦਾਦੇ ਦਾ ਵੀ ਪ੍ਰਕਾਸ਼ ਪੁਰਬ ਹੈ ਪੁੱਤਰੇ ਦਾ ਵੀ ਪਰ ਕਿਉਂਕਿ ਇਹ ਰੂਹਾਨੀ ਮੰਡਲ ਹੈ
14 ਪਾਤਸ਼ਾਹਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਸਾਡੀ ਕੌਂਸਲ ਨੇ ਰਚਿਆ ਸੀ ਕਿ ਜਦੋਂ ਹਾਲਾਤ ਠੀਕ ਹੋਣਗੇ ਅਸੀਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਬਹੁਤ ਵੱਡੇ ਲੈਵਲ ਤੇ ਸਾਰੇ ਮਨਾਇਆ ਗਿਆ ਸੀ। ਸਾਨੂੰ ਮਿਹਨਤ ਕਰਨਾ ਕਿ ਇਸ ਸਾਲ ਫਿਰ ਆਪਣਾ ਬਹੁਤ ਇਸ ਲੈਵਲ ਤੇ ਜਿਹੜਾ ਸਮੂਹ ਸੰਗਤਾਂ ਸਾਡੇ ਨਾਲ ਜੁੜਨਗੀਆਂ, ਅਸੀਂ ਮਨਾਵਾਂਗੇ ਔਰ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਇਸ ਸਮੇਂ ਦੇ ਵਿੱਚ ਕਿਉਂਕਿ ਜਦ 1975 ਵਿੱਚ 100 ਸਾਲਾ ਸ਼ਹੀਦੀ ਪੁਰਬ ਮਨਾਇਆ ਸੀ ਨੌਵੇਂ ਪਾਤਸ਼ਾਹ ਜੀ ਦਾ, ਤਕਰੀਬਨ 46 ਪੁਸਤਕਾਂ ਜਿਹੜੀਆਂ 46 ਜਿਹੜੀਆਂ ਸਕ੍ਰਿਪਟ ਨੇ ਉਹ ਛਪੀਆਂ ਸੀ। ਇਹ ਮੈਂ ਕਿਸੇ ਬਜ਼ੁਰਗ ਕੋਲੋਂ ਦੇਖੀ ਉਹ ਸਾਰੀਆਂ ਸਾਂਭੀਆਂ ਹੋਈਆਂ। ਇਸ ਵਾਰ ਪ੍ਰਕਾਸ਼ ਪੁਰਬ ਹੈ 400 ਸਾਲਾ, ਇਹਦੇ ਵਿੱਚ ਵੀ ਉਹਨਾਂ ਕੰਮ ਨਹੀਂ ਨਿੱਠ ਕੇ ਹੋਇਆ, ਪਰ ਖਾਲਸਾ ਕਾਲਜ ਨੂੰ ਇਹ ਮਾਣ ਜਾਂਦਾ ਕਿਉਂਕਿ ਆਪ ਸਾਰੇ ਅਸੀਂ ਪੜ੍ਹੇ ਲਿਖੇ ਇੱਕ ਜਮਾਤ ਹੈ ਕਿ ਖਾਲਸਾ ਕਾਲਜ ਵੱਲੋਂ 2 ਵੋਲਿਊਮ ਜਿਹੜੇ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਫਲਸਫਾ, ਸ਼ਹਾਦਤ ਦਾ ਗੌਰਵ, ਇਹ ਜਿਹੜੀਆਂ 94 ਵਿਦਵਾਨਾਂ ਦੀਆਂ ਬਹੁਤ ਸ਼ਾਨਦਾਰ ਪੁਸਤਕਾਂ ਦੀ ਪ੍ਰਕਾਸ਼ਨਾ ਹੋਈ। ਮੈਂ ਸਮਝਦਾ ਕਿ 400 ਸਾਲੇ ਦੀ ਜਿਹੜਾ ਪ੍ਰਕਾਸ਼ ਪੁਰਬ ਹੈ ਇਹਦੇ ਵਿੱਚ ਅਸੀਂ ਬਹੁਤ ਵੱਡੀਆਂ ਸੰਸਥਾਵਾਂ ਨਾਲੋਂ ਵੀ ਬਹੁਤ ਚੰਗਾ ਕਾਰਜ ਜਿਹੜਾ ਕੀਤਾ ਗਿਆ। ਇਹਦੇ ਲਈ ਜਿਹੜਾ ਖਾਲਸਾ ਕਾਲਜ ਦਾ ਪੰਜਾਬੀ ਵਿਭਾਗ ਹੈ ਔਰ ਵਿਸ਼ੇਸ਼ ਕਰਕੇ ਡਾਕਟਰ ਲਹਿਲ ਸਿੰਘ ਜੀ ਪ੍ਰਿੰਸੀਪਲ ਖਾਲਸਾ ਕਾਲਜ, ਜਿਨ੍ਹਾਂ ਦੀ ਰਹਿਨੁਮਾਈ ਨੇ ਔਰ ਸਰਦਾਰਯੋਗ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸ਼ੀਨਾ ਸਾਹਿਬ ਸੈਕਟਰੀ ਸਾਹਿਬ, ਜਿਨ੍ਹਾਂ ਦੀ ਥਾਪੜਾ ਦਾ ਸਦਕਾ ਸਾਡੇ ਇਸ ਅਦਾਰੇ ਦੇ ਵਿੱਚ ਇਹ ਬਹੁਤ ਸ਼ਾਨਦਾਰ ਜਿਹੜਾ ਸਾਂਭਣਯੋਗ ਕਾਰਜ ਹੋਇਆ। ਔਰ ਇਸ ਗੱਲ ਦੀ ਸਾਰੇ ਵਿਵੇਕਾਂ ਨੂੰ, ਪ੍ਰਬੰਧਕਾਂ ਨੂੰ ਔਰ ਸੰਪਾਦਨ ਦੇ ਨਾਲ ਜੁੜੇ ਹੋਏ ਪ੍ਰੋਫੈਸਰ ਸਾਹਿਬਾਨ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਇਹ ਯਾਦਗਾਰਾਂ ਹੁੰਦੀਆਂ, ਸਦੀਵੀ ਕਾਰਜ ਹੁੰਦਾ ਜਿਹੜਾ ਜਦੋਂ 500 ਸਾਲਾਂ ਮਨਾਇਆ ਜਾਏਗਾ ਅਸੀਂ ਨਹੀਂ ਹੋਵਾਂਗੇ ਪਰ ਸਾਡਾ ਕਾਰਜ ਜ਼ਰੂਰ ਜਿੱਤਿਆ ਜਾਏਗਾ ਕਿ ਉਦੋਂ ਬਹੁਤ ਚੰਗਾ ਕਾਰਜ ਕਰਕੇ ਗਏ। ਜੇ ਸਤਿਗੁਰੂ ਨੇ ਰਹਿਮਤ ਕੀਤੀ, ਮੈਂ ਸਮਝਦਾ ਕਿ ਇਹਦਾ ਵਧੀਆ ਕਾਰਜ ਰਿਹਾ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰਯੋਗ ਸ਼ੀਨਾ ਸਾਹਿਬ ਜੀ ਹੋਣਾ, ਡਾਕਟਰ ਲਹਿਲ ਸਿੰਘ ਜੀ ਹੋਣਾ, ਰੰਧਾਵਾ ਜੀ, ਪੁਸਤਕਾਂ ਜਿਹੜੀਆਂ ਪ੍ਰਕਾਸ਼ ਹੋਣੀਆਂ ਉਹਦਾ ਸੈਟ, ਕਿਉਂਕਿ ਭਾਈ ਗੁਰਦੇਵ ਸਿੰਘ ਜੀ ਹੁਣ ਸਾਡੇ ਪਰਿਵਾਰਕ ਮੈਂਬਰ ਵੀ ਨੇ, ਸ਼ੀਨਾ ਸਾਹਿਬ ਉਹਨਾਂ ਨਾਲ ਬੜਾ ਪਿਆਰ ਹੈ, ਕੌਂਸਲ ਨਾਲ ਪਿਆਰ ਹੈ, ਪ੍ਰਧਾਨ ਸਾਹਿਬ ਜੀ ਉਹਨਾਂ ਨਾਲ ਕਾਲਜ ਦੇ ਨਾਲ, ਤਾਂ ਉਹਨਾਂ ਨੂੰ ਇਹ ਜਿਹੜਾ ਪੁਸਤਕਾਂ ਦਾ ਸੈਟ ਭੇਟ ਕੀਤਾ ਜਾਏਗਾ। ਸਾਨੂੰ ਲੱਗਦਾ ਕਿ ਸਾਡੀ ਸਭ ਤੋਂ ਵਧੀਆ ਜਿਹੜੀ ਹੈ ਯਾਦਗਾਰ ਇਹ ਸਤਿਗੁਰੂ ਨੇ ਲਿਆ ਕਰਕੇ ਕਰਾਈ ਹੈ। सुनो मन पाती हो सकल मनोरथ पूरे, आत्मनम संपाया तुझे सदन सुने, लोक लोक संतापे सोई संगीताई, संग साचन कैसर पूरे करते नाड़ी सुन के
अर्जुन हर गोविंद सुमरो श्री हरिराय श्री हरिकृष्ण के अय्य जिनके सब पूजाए ते घात प्रिय कारण विद्या विधाय सब थाई हुए सहाय दसवें पातशाह श्री गोविंद सिंह साहिब जी सब थाई हुए सहाय दसवें पातशाह की जोत श्री गुरु ग्रंथ साहिब जी के पाठ दीदार का ध्यान धर के बोल जी के निमाणियां दे मान निदानियां दे दान देवतियां दी ओट न्यासियां दा आसरा ऐसे दीन दयाल सतगुरु धन धन श्री गुरु ग्रंथ साहिब जी महाराज आपकी पास अरदास बेनती प्रार्थना है आप जी दे चरण कमलों के सेवक खालसा कॉलेज चैरिटेबल सोसाइटी दे वलों धन धन श्री गुरु अर्जन देव पातशाह जीओ तथा धन धन श्री गुरु तेग बहादुर पातशाह जी आप जी का 400 साला प्रकाश पुरब मनाਉਂਦੇ ਆ परसों के रोज तो गुरु की बाणी ने श्री अखंड पाठ साहिब प्रारंभ करवाए सन जो आप जी की बख्शिश रहमत का सदका गुरबाणी ने संपूर्ण भोगले उपरंत सचखंड श्री हरिमंदिर साहिब जी के रागी जत्थे वालों गुरबाणी ने मनोहर कीर्तन होए कथा विचारा हुई हैं आप के पास सब 34 पौड़ियां श्री आनंद साहिब जी की अरदास भुल माफ करनी सरबत संगत नु सिੱਖੀ सिद्ध भरोसा नाम दान बख्शना शुभ भावना पूरियां कड़ियां आप जी दे हजूर कड़ा प्रसाद जी देख हाजिर है आप भोगला हो जी आप अपने पावन पवित्र हुक्मां में बख्शो खालसा पंथ खालसा काले दियां सदा चढ़दियां कला कड़ियां सुख होवे नाम जिते आवे सिख पढ़दे सुनदे सरबत लाए मन होवण नानक नाम चढ़दी कला तेरे भाणे सरबत दा भला धन 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 जाने आया जिस प्रसाद सब जगत कराया ज्ञानिया मिटाए सुआओ जान के संग चित आवे नाम और डाले गुरु सेविए नैन सहज सुभाए दर्शन परसिए गुरु के जन्म मरण दुख जाए होवे सिद्ध गुरु सो जगी है खुद किठे सच्चे पातशाह मान जन्म जन्म की सजन सच्चा पातशाह सिरसा है साधो जिस पास बैठे सबना नावे साधो जिस पास बैठे सोई है सबना दा सबना श्री वाहिगुरु साहिब जी तनासरी महला पंजवा कदर दिशा तीनों वाले अपना सिर ऊपर काय हो विवाहटा अवलोकन कीनो दास का दुख बिगाड़ियो कदर दिशा तीनों वाले अपना सिर ऊपर काय हो कृपा कटा अवलोकन कीनो दास का दुख बिगाड़ियो हर जन राखे गुरु गोबिंद कंठ लाए आव गुण सब बेटे
दयाल पुरख बख्शंद रहाओ। जो मांगे ठाक अपने ते, सोई सोई देवै। नानक दास मुख ते जो बोलै, इहा उहा सच होवै। जो मांगै ठाकुर अपने ते, सोई सोई देवै। नानक दास मुख दे जो बोलै, इहा उहा सच होवै। वाहिगुरू जी का खालसा, वाहिगुरू जी की फतेह। ਖਾਲਸਾ ਕਾਲਜ ਵਿੱਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਤੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪਰੰਪਰਾ ਦੇ ਅਕੋਰਡਿੰਗ ਮਨਾਇਆ ਗਿਆ ਤੇ ਇਸੇ ਸਿਲਸਿਲੇ ਵਿੱਚ ਖਾਲਸਾ ਕਾਲਜ ਦੇ ਆਨਰੇਰੀ ਸੈਕਟਰੀ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸ਼ੀਨਾ ਸਾਡੇ ਕੋਲ ਨੇ। ਅਸੀਂ ਚਾਹਾਂਗੇ ਕਿ ਉਹ ਸਾਰੀ ਸੰਗਤ ਨੂੰ ਵਧਾਈ ਜ਼ਰੂਰ ਦੇਣ। ਸਰ। ਧੰਨ ਧੰਨ ਗੁਰੂ ਅਰਜਨ ਦੇਵ ਜੀ, ਸ਼ਹੀਦਾਂ ਦੇ ਪੁੰਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਦੋਨਾਂ ਦਾ ਅੱਜ ਜੋ ਕਿ ਪਰਸੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਗਾ, ਅੱਜ ਗੁਰੂ ਅਰਜਨ ਦੇਵ ਜੀ ਦਾ ਸੀ। ਪਰਸੋਂ ਲੋਕਡਾਊਨ ਹੋਣ ਕਰਕੇ ਅਸੀਂ ਪਰਸੋਂ ਅਖੰਡ ਪਾਠ ਸਾਹਿਬ ਰੱਖਿਆ, ਜਿਹੜਾ ਸਾਡੇ ਆਪਣੇ ਸਟਾਫ ਨੇ ਔਰ ਸਟੂਡੈਂਟਸ ਨੇ ਹੀ ਪਾਠ ਕੀਤਾ ਹੈ। ਔਰ ਅੱਜ ਦੋਨਾਂ ਗੁਰੂ ਸਾਹਿਬਾਨ ਦਾ ਅਸੀਂ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਔਰ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਨੂੰ ਬੇਨਤੀ ਕੀਤੀ ਸੀ। ਉਹਨਾਂ ਨੇ ਆ ਕੇ ਬੜਾ ਸੋਹਣਾ 1.5 ਘੰਟਾ ਮੋਹਰ ਕੀਰਤਨ ਔਰ ਕਥਾਵਾਚਕ ਸਾਡੇ ਇੰਦਰਜੀਤ ਸਿੰਘ ਗੋਗਵਾਨੀ ਸਾਹਿਬ ਉਹਨਾਂ ਨੇ ਸੁਣਾਇਆ। ਮੈਂ ਸਾਰੀ ਲੋਕਾਈ ਨੂੰ, ਸਾਰੀ ਦੁਨੀਆ ਨੂੰ, ਕਿਉਂਕਿ ਇਹ ਗੁਰੂ ਸਾਹਿਬਾਨ ਦੋਨਾਂ ਨੇ ਜਿਹੜੀ ਸ਼ਹੀਦੀ ਦਿੱਤੀ ਹੈ, ਉਹ ਉਸ ਵੇਲੇ ਦੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਮੁਗਲ ਸਾਮਰਾਜ ਦੇ ਜ਼ਾਲਮਾਨਾ ਜਿਹੜੇ ਹੁਕਮਰਾਨ ਸਨ, ਉਹਨਾਂ ਦੇ ਖਿਲਾਫ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਉੱਤੇ ਇੱਕ ਬਹੁਤ ਮਿਸਾਲ ਸ਼ਹਾਦਤ ਹੈ, ਜਿਨ੍ਹਾਂ ਨੇ ਉਬਲਦੀਆਂ ਦੇਗਾਂ 'ਚ ਤਪਤੀਆਂ ਤਵੀਆਂ 'ਤੇ ਰੇਤ ਆਪਣੇ ਸੀਸ ਵਿੱਚ ਪਵਾ ਕੇ ਤੇ ਉਹਨਾਂ ਨੇ ਉਸ ਵੇਲੇ ਬਲਿਦਾਨ ਦਿੱਤਾ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਕਸ਼ਮੀਰੀ ਪੰਡਤ ਆਏ ਔਰ ਉਹਨਾਂ ਨੇ ਉਸ ਵੇਲੇ ਦੁਹਾਈ ਪਾਈ ਅਨੰਦਪੁਰ ਸਾਹਿਬ ਵਿੱਚ ਕਿ ਸਾਡਾ ਧਰਮ ਖਤਮ ਹੋ ਰਿਹਾ ਔਰ ਤੁਸੀਂ ਇਹਨੂੰ ਬਚਾ ਸਕਦੇ ਹੋ, ਕੋਈ ਨਹੀਂ ਬਚਾ ਸਕਦਾ। ਤੇ 2 ਮਹੀਨੇ ਕਥਾ ਕੀਰਤਨ ਕਰਦੇ ਹੋਏ ਪੈਦਲ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਨਵੀਂ ਦਿੱਲੀ, ਆਪਣਾ ਦਿੱਲੀ ਦੇ ਵਿੱਚ ਚਾਂਦਨੀ ਚੌਕ ਵਿੱਚ। ਔਰ ਉਸ ਵੇਲੇ ਦਾ ਫਿਰ ਜਿਹੜਾ ਜਨੇਊ ਉਤਾਰਨ ਦਾ ਸੀ ਔਰ ਧਰਮ ਪਰਿਵਰਤਨ ਦਾ ਔਰੰਗਜ਼ੇਬ ਦਾ ਜਿਹੜਾ ਜ਼ਮਾਨਾ ਸੀ, ਉਹਨੂੰ ਰੁਕਾਵਟ ਆਈ, ਰੁਕਿਆ ਉਹ। ਔਰ ਅੱਜ ਇਸ ਹਿੰਦੁਸਤਾਨ ਵਿੱਚ ਔਰ ਦੁਨੀਆ ਦੇ ਵਿੱਚ ਸਿੱਖ ਧਰਮ ਪੂਰਾ ਫੈਲਿਆ। ਸਾਡੇ ਇਹਨਾਂ ਗੁਰੂ ਸਾਹਿਬਾਨ ਦੀ ਸ਼ਹਾਦਤ ਦਾ ਪੂਰੀ ਲੋਕਾਈ ਨੂੰ, ਪੂਰੇ ਦੇਸ਼ ਨੂੰ ਦਾ ਫਾਇਦਾ ਹੋਇਆ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਉਹ ਜਾਈ ਨਹੀਂ ਗਈ, ਕਿਉਂਕਿ ਉਹ ਆਪ ਗੁਰੂ ਨਾਨਕ ਦੀ ਜੋਤ ਸਨ ਔਰ ਗੁਰੂ ਨਾਨਕ ਦੀ ਜੋਤ ਕਰਕੇ ਉਹਨਾਂ ਵਿੱਚ ਸਾਰੀ ਸ਼ਕਤੀ, ਸਾਰੇ ਗੁਣ ਸੁਭਾਇਮਾਨ ਸੀ। ਅੱਜ ਉਹਨਾਂ ਦਾ ਗੁਣ ਗਾਇਨ ਕੀਤਾ ਗਿਆ। ਸੋ ਸਾਰੀਆਂ ਸਮੂਹ ਸੰਗਤਾਂ ਨੂੰ, ਜਿਹੜੇ ਨਾਨਕ ਪੰਥੀ ਨੇ, ਗੁਰੂ ਨਾਨਕ ਨਾਮ ਲੇਵਾ ਨੇ, ਸਿੱਖ ਧਰਮ 'ਚ ਵਿਸ਼ਵਾਸ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ 10 ਗੁਰੂ ਸਾਹਿਬਾਨਾਂ ਨੂੰ, ਸਾਰਿਆਂ ਨੂੰ ਮੰਨਣ ਵਾਲਿਆਂ ਨੂੰ, ਸਾਰੀ ਦੁਨੀਆ ਨੂੰ ਮੇਰੀ ਲੱਖ ਲੱਖ ਇਹਨਾਂ 2 ਮਹਾਨ ਗੁਰੂਆਂ ਦੇ ਅੱਜ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਔਰ ਖ਼ਾਸ ਤੌਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 400 ਸਾਲਾ ਅਸੀਂ ਮਨਾ ਰਹੇ ਹਾਂ, ਪੂਰਾ ਸਾਲ ਸਾਡੇ ਅੱਗੇ ਸਮਾਗਮ ਚੱਲਦੇ ਰਹਿਣਗੇ। ਗੁਰੂ ਸਾਹਿਬ ਕਿਰਪਾ ਕਰਨ ਕਿ ਜਿਹੜਾ ਇਹ ਮਹਾਮਾਰੀ ਇਸ ਵੇਲੇ ਦੁਨੀਆ 'ਤੇ ਬੜਾ ਵੱਡਾ ਪ੍ਰਕੋਪ ਇਹਦਾ ਚੱਲ ਰਿਹਾ, ਉਹ ਇਹ ਤੋਂ ਸਾਨੂੰ ਸਾਰਿਆਂ ਨੂੰ ਬਚਾ ਕੇ ਰੱਖਣ ਤੇ ਆਪਣੇ ਲੜ ਲਾਉਣ, ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਾਂਗੇ ਪਰਮਾਤਮਾ ਪੂਰੀ ਦੁਨੀਆ ਤੇ ਸੁੱਖ ਸ਼ਾਂਤੀ ਵਰਤਾਵੇ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।